ਵੀਰ ਜੀ ਹੁਣ ਜਿੱਦਾਂ ਤੁਸੀਂ ਕਿਹਾ ਰਾਈਟ ਵੀ ਇੱਕ ਮੈਂਟੈਲਿਟੀ ਟਿਪੀਕਲ ਇਹ ਹੁੰਦੀ ਹੈ ਕਿ ਬੰਦੇ ਨੇ ਕੁਛ ਪ੍ਰੂਵ ਕਰਨਾ। ਦੇਖੋ ਪਹਿਲਾਂ 80s ਅਰਲੀ 90s ਦੇ ਵਿੱਚ ਆਫ ਕੋਰਸ ਪੰਜਾਬ ਉਨਾ ਡਿਵੈਲਪ ਨਹੀਂ ਸੀਗਾ, ਓਪਰਚੁਨਿਟੀਜ਼ ਘੱਟ ਸੀ। ਜਿੱਦਾਂ ਮੈਂ ਹੋਟੇਲੀਅਰ ਹਾਂ, ਮੈਂ ਹੁਣ 15-16 ਸਾਲ ਤੋਂ ਹੋਟਲ ਇੰਡਸਟਰੀ ਜੌਬ ਕਰ ਰਿਹਾ, ਤੇ ਹੋਟਲਸ ਤਾਂ ਹੁਣ ਆਏ ਨੇ ਪੰਜਾਬ ਕੁਛ ਮੇਰੇ ਖਿਆਲ 4-5 ਸਾਲਾਂ ਤੋਂ। ਪਹਿਲਾਂ ਤਾਂ ਦੇਵਰ ਨੂੰ 5 ਸਟਾਰ ਹੋਟਲ ਰਾਈਟ ਹਾਂ। ਸੋ ਇਸ ਕਰਕੇ ਮੈਂ ਬਾਹਰ ਆ ਗਿਆ, ਹੁਣ ਮੈਂ ਪੂਨੇ 'ਚ ਆਇਆ ਇਸ ਟਾਈਮ ਰਾਈਟ, ਬਟ ਪਹਿਲਾਂ ਮੈਂ ਗੋਆ ਸੀਗਾ, ਉੱਥੋਂ ਬੰਬੇ ਰਿਹਾ। ਸੋ ਆਈ ਬੀਨ ਟਰੈਵਲਿੰਗ, ਬਟ ਹੁਣ ਆਈ ਰੀਲੀ ਵਾਂਟ ਟੂ ਆਸਕ ਯੂ ਦਿਸ ਕੁਐਸਚਨ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਕਈ ਚੀਜ਼ਾਂ ਨੇ ਜਿਹੜੀ ਸਾਡੇ ਪੰਜਾਬ ਦੇ ਲੋਕਾਂ ਦੀ ਈਗੋ ਦੇ ਨਾਲ ਐਸੋਸੀਏਟਡ ਨੇ, ਤੁਹਾਨੂੰ ਲੱਗਦਾ ਹੈ ਕਿ ਇਹ ਬਾਹਰ ਜਾਣਾ ਵੀ ਈਗੋ ਸੈਟਿਸਫੈਕਸ਼ਨ ਹੈ ਮੋਰ ਦੈਨ ਐਨੀਥਿੰਗ ਐਲਸ, ਕਿ ਗੁਆਂਢੀਆਂ ਦਾ ਕਹਿੰਦੇ ਸਾਡਾ ਵੀ ਜਾਊਗਾ ਟਾਈਪਸ? ਲਾਈਕ ਇਟਸ ਨਾਟ ਸਮਥਿੰਗ ਈਗੋ, I would say ਇਨਸਿਕਿਉਰਿਟੀ ਹੈ। ਮੈਨੂੰ ਲੱਗਦਾ ਹੈ ਕਿ ਮੋਸਟ ਆਫ ਦੀ ਪੇਰੈਂਟਸ ਐਂਡ ਦੇਖੋ ਮੈਂ ਬੱਚਿਆਂ ਦਾ ਕਸੂਰ ਨਹੀਂ ਕੱਢੂੰਗਾ, ਜਿਹੜਾ 10ਵੀਂ ਦਾ ਜਾਂ 12ਵੀਂ ਦਾ ਆ ਉਹਨੂੰ ਤਾਂ ਕਿਸੇ ਵੀ ਗੱਲ ਤੋਂ ਇਨਸਿਕਿਉਰਿਟੀ ਹੁੰਦੀ ਹੈ। ਮਤਲਬ ਉਹਨੂੰ ਪੜ੍ਹਾਈ ਤੋਂ ਵੀ ਇਨਸਿਕਿਉਰਿਟੀ ਹੁੰਦੀ ਆ, ਉਹਨੂੰ ਖੇਡਣ ਤੋਂ ਵੀ ਇਨਸਿਕਿਉਰਿਟੀਜ਼ ਹੁੰਦੀਆਂ ਨੇ ਕਿ ਮੈਂ ਆਹ ਗੇਮ ਖੇਲੂੰਗਾ ਤਾਂ ਹੋ ਜਾਊਗਾ, ਉਹਨੂੰ ਮੈਂ ਆਹ ਪੜ੍ਹੂੰਗਾ ਆਹ ਕਰੂੰਗਾ ਤਾਂ। I would say ਪੇਰੈਂਟਸ ਇਨਸਿਕਿਉਰ ਹੋ ਚੁੱਕੇ ਨੇ ਵੀ ਸਾਡੇ ਬੱਚੇ ਦਾ ਫਿਊਚਰ ਇੰਡੀਆ 'ਚ ਨਹੀਂ ਹੈਗਾ। ਦੈਟ ਇਜ਼ ਵਾਈ ਦੇ ਆਰ ਡੂਇੰਗ ਦਿਸ ਥਿੰਗ। ਫਿਰ ਇੱਕ ਉਹ ਇਨਸਿਕਿਉਰਿਟੀ ਇੱਕ ਫੀਅਰ ਕ੍ਰੀਏਟ ਕਰ ਦਿੰਦਾ ਆ, ਜਸਟ ਇਨ ਦ ਸੈਂਸ ਕਿ ਮੰਨ ਲਓ ਮੈਂ ਆਪਣੇ ਬੱਚੇ ਲਈ ਇਨਸਿਕਿਉਰ ਹਾਂ ਕਿ ਯਾਰ ਮੇਰੇ ਬੱਚੇ ਦਾ ਫਿਊਚਰ ਇੱਥੇ ਨਹੀਂ ਹੈਗਾ, ਬਟ ਗਵਾਂਢੀਆਂ ਦਾ ਬੱਚੇ ਦਾ ਵੀਜ਼ਾ ਲੱਗ ਗਿਆ, ਸੇਮ ਬੈਂਡ ਤੇ ਵੀਜ਼ਾ ਲੱਗ ਗਿਆ, ਸੇਮ ਮਾਰਕਸ ਤੇ ਵੀਜ਼ਾ ਲੱਗ ਗਿਆ। ਉਹ ਮੇਰੀ ਇਨਸਿਕਿਉਰਿਟੀ ਸੀਗੀ ਜਿਸ ਕਰਕੇ ਮੈਨੂੰ ਫੀਅਰ ਇੱਕ ਡਿਵੈਲਪ ਹੋ ਗਿਆ ਕਿ ਯਾਰ ਇਹਨਾਂ ਦਾ ਲੱਗ ਗਿਆ, ਮੇਰੇ ਬੱਚੇ ਨੇ ਰਹਿਣਾ। ਤੇ ਉਹ ਇੱਕ ਕੰਪੈਰੀਟਿਵ ਜਿਹੜੀ ਸਟੱਡੀ ਕਰਨੀ ਸ਼ੁਰੂ ਕਰ ਦਿੰਦੇ ਨੇ ਪੇਰੈਂਟਸ, ਉਹ ਫਿਰ ਮੱਲੋ ਮੱਲੀ ਆਪਣੇ ਆਪ ਹੀ ਆ ਜਾਂਦੀ ਹੈ, ਮਤਲਬ ਲਾਜ਼ਮੀ ਆ ਜਾਂਦੀ ਹੈ ਜਦੋਂ ਤੁਸੀਂ ਇਨਸਿਕਿਉਰ ਹੋਵੋ ਕਿਸੇ ਚੀਜ਼ ਬਾਰੇ। ਸੋ ਵਾਟ ਆਈ ਬੇਸਿਕਲੀ ਫੀਲ ਇਜ਼ ਟੂ ਹੈਵ ਅ ਕੌਨਫੀਡੈਂਸ ਇਨ ਯੋਰਸੈਲਫ, ਇਨ ਯੋਰ ਚਿਲਡਰਨ, ਕਿ ਕੁਝ ਵੀ ਹੋਏਗਾ ਆਪਾਂ ਇੱਥੇ ਕੁਛ ਨਾ ਕੁਛ ਕਰਾ ਲਾਂਗੇ, ਬਟ ਲਾਈਕ what is your priority, you want to go or you not। ਔਰ ਦੂਸਰੀ ਗੱਲ, ਸਭ ਤੋਂ ਵੱਡੀ ਗੱਲ ਹੁੰਦੀ ਹੈ ਜਿਹੜੇ ਮੈਨੂੰ ਲੱਗਦੀ ਹੈ, ਸਭ ਤੋਂ ਵੱਡਾ ਗੱਲ ਹੁੰਦੀ ਹੈ ਵੀ ਤੁਹਾਡਾ ਐਟਮੋਸਫੇਅਰ, ਤੁਹਾਡਾ ਐਂਬੀਐਂਸ ਕਿਹੋ ਜਿਹਾ ਹੈ। ਜੇ ਮੇਰੇ ਘਰ ਦੇ ਵਿੱਚ ਆਲਰੇਡੀ 2 ਬੰਦੇ ਇਹੋ ਜਿਹੇ ਹੈਗੇ ਆ, ਲਾਈਕ ਆਈ ਐਮ ਦੀ ਯੰਗੈਸਟ ਵਨ, ਤੇ ਜੇ ਮੇਰੇ 2 ਭਰਾ ਜਾਂ ਮੇਰੇ ਇੱਕ ਭੈਣ ਭਰਾ ਜਿਹੜੇ ਹੈਗੇ ਆਲਰੇਡੀ ਬਾਹਰ ਸੈਟਲਡ ਹੈਗੇ ਆ, ਤਾਂ ਮੇਰੀ ਇਨਕਲੀਨੇਸ਼ਨ ਡੈਫੀਨੇਟਲੀ ਬੱਚੇ ਦੀ ਵੀ ਬਾਹਰ ਜਾਣ ਦੀ ਹੋਏਗੀ ਰਾਈਟ। ਤਾਂ ਉਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਉਹਦੇ 'ਚ ਹੁੰਦਾ, ਹੁਣ ਜਿਵੇਂ ਮੈਂ ਸ਼ੁਰੂ ਤੋਂ ਹੀ ਸਾਡੇ ਟੱਬਰ 'ਚ ਕੋਈ ਨਹੀਂ ਗਿਆ ਬਾਹਰ। ਸਾਡੇ ਟੱਬਰ ਦੇ ਵਿੱਚ ਇੱਕ ਸਿਰਫ ਮੇਰਾ ਬ੍ਰਦਰ ਹੈ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਬਾਹਰ ਗਿਆ ਸੀ, ਕੈਨੇਡਾ ਗਿਆ ਹੈ, ਉਹ ਵੀ 1 ਸਾਲ ਪਹਿਲਾਂ ਗਿਆ ਹੈ। ਉਸ ਤੋਂ ਇਲਾਵਾ ਉਸ ਤੋਂ ਬਾਅਦ ਹੀ ਮੈਂ ਦੇਖਿਆ ਕਿ ਜਿਹੜੇ ਮੇਰੇ ਕਜ਼ਨਸ ਨੇ, ਮੇਰੇ ਚਾਚੇ ਦਾ ਮੁੰਡਾ ਹੋ ਗਿਆ, ਮੇਰੇ ਤਾਏ ਦਾ ਮੁੰਡਾ ਹੋ ਗਿਆ, ਉਹਨਾਂ ਦੇ ਵਿੱਚ ਇਨਕਲੀਨੇਸ਼ਨ ਆਉਣਾ ਸ਼ੁਰੂ ਹੋ ਗਿਆ ਕਿ ਭਾਈ ਅਸੀਂ ਵੀ ਬਾਹਰ ਜਾਣਾ, ਠੀਕ ਹੈ। ਤਾਂ ਉਹ ਵੀ ਲਾਜ਼ਮੀ ਹੈ, ਠੀਕ ਹੈ। ਬਟ what I personally feel is ਕਿ it is more of a insecurity, maybe not ego। ਕਈਆਂ ਦੀ ਹੋ ਵੀ ਸਕਦੀ ਹੈ, ਕਈਆਂ ਦੀ ਨਹੀਂ ਹੋ ਸਕਦਾ, ਬਟ ਮੋਸਟ ਆਫ ਦਾ ਟਾਈਮ ਜਿਹੜੇ ਮੈਂ ਆਪਣੀ ਜ਼ਿੰਦਗੀ 'ਚ ਤਜਰਬਾ ਕੀਤਾ ਹੈ ਲੋਕਾਂ ਨੂੰ ਦੇਖ ਕੇ, ਲੋਕਾਂ ਦੀ ਇਨਸਿਕਿਉਰਿਟੀਜ਼ ਹੈ ਇੰਡੀਆ ਨੂੰ ਲੈ ਕੇ ਵੀ ਇੰਡੀਆ 'ਚ ਕੁਛ ਨਹੀਂ ਹੋਣਾ, ਵੀ ਸਾਡਾ ਟਾਈਮ ਵਧੀਆ ਸੀ, ਪੇਰੈਂਟਸ ਨੂੰ ਐਂ ਲੱਗਦਾ ਵੀ ਸਾਡਾ ਟਾਈਮ ਵਧੀਆ ਸੀ ਜਿਸ 'ਚ ਸਰਕਾਰੀ ਨੌਕਰੀਆਂ ਮਿਲ ਗਈਆਂ। ਔਰ ਇੱਕ ਸਭ ਤੋਂ ਵੱਡਾ ਜਿਹੜਾ ਮੈਨੂੰ ਇੱਕ ਲੱਗਦਾ ਹੈ ਨਾ ਵੀ ਸਟਿਗਮਾ ਆ ਜਾਂ ਇੱਕ ਫੀਅਰ ਹੈ, ਉਹ ਸਰਕਾਰੀ ਨੌਕਰੀ ਵਾਲਾ ਹੈ ਲੋਕਾਂ 'ਚ, ਕਿ ਭਾਈ ਜੇ ਸਰਕਾਰੀ ਨੌਕਰੀ ਮਿਲੇਗੀ ਤਾਂ ਕਰਾਂਗੇ, ਜੇ ਨਹੀਂ ਮਿਲੇਗੀ ਤਾਂ ਪ੍ਰਾਈਵੇਟ ਨੌਕਰੀ ਜੇ ਇੱਥੇ ਕਰਨੀ ਹੈ ਤਾਂ ਫਿਰ ਅਸੀਂ ਬਾਹਰ ਹੀ ਕਰਾਵਾਂਗੇ ਬੱਚਿਆਂ ਨੂੰ। ਉਹ ਚੀਜ਼ ਮਤਲਬ ਸ਼ੁਰੂ ਤੋਂ ਉਹ ਚੀਜ਼ ਲੱਗੀ ਵੀ ਸਰਕਾਰ ਹੀ ਜੌਬਸ ਕ੍ਰੀਏਟ ਕਰਕੇ ਦੇਵੇ, ਤੁਸੀਂ ਆਪਣੇ ਆਪ ਕੁਝ ਵੀ ਨਹੀਂ ਕਰਨਾ ਹੈਗਾ। ਸੋ ਦਿਸ ਇਜ਼ ਦੀ ਮਤਲਬ ਇੱਕ ਮੈਨੇਜਮੈਂਟ ਵਾਲੀ ਜਿਹੜਾ ਆਪਾਂ ਕਹਿੰਦੇ ਨਾ, ਇੱਕ ਦਿਹਾੜੀਦਾਰ ਬੰਦਾ। ਸਾਡੀ ਸੋਚ ਇੰਡੀਆ ਦੀ ਵਿੱਚ ਮੋਸਟ ਆਫ ਦਾ ਪੀਪਲ ਟਾਈਮ ਅਸੀਂ ਦਿਹਾੜੀਦਾਰ ਦੀ ਸੋਚ ਰੱਖਦੇ ਹਾਂ ਵੀ ਭਾਈ ਅਸੀਂ 9 ਤੋਂ 5 ਡਿਊਟੀ ਕੀਤੀ ਆਪਣਾ, ਹਨਾ ਵੀ ਦਿਹਾੜੀ ਆਪਣੀ ਬਣਾ ਕੇ ਘਰੇ ਨੂੰ ਆ ਗਏ, ਤੇ ਉਹ ਨਹੀਂ ਬਟ ਜਿਹੜੇ ਬਾਹਰ ਵਾਲੇ ਲੋਕ ਆ ਉਹਨਾਂ ਦੀ ਮੈਨੇਜਰੀਅਲ ਸੋਚ ਹੈ, ਉਹ ਇੱਕ ਮੈਨੇਜਮੈਂਟ ਵਾਲੀ ਸੋਚ ਹੈ ਕਿ ਆਪਾਂ ਮਤਲਬ ਵੀ ਆਪਾਂ ਆਪਣੇ ਜੇ ਸਾਡੇ ਕੋਲ 50,000 ਰੁਪਇਆ ਹੈਗਾ ਤਾਂ ਅਸੀਂ ਉਹਨੂੰ 1 ਲੱਖ ਰੁਪਇਆ ਕਿੱਦਾਂ ਕਰਨਾ ਹੈ। ਅਸੀਂ ਸੋਚਦੇ ਹਾਂ ਕਿ ਸਾਡੇ ਕੋਲ 50,000 ਰੁਪਇਆ ਨਾ, ਤਾਂ ਸਾਨੂੰ 50,000 ਰੁਪਇਆ ਅੱਜ ਦੀ ਡੇਟ 'ਚ ਜੇ ਮਹੀਨੇ ਦੇ ਬਾਅਦ ਸਾਨੂੰ 50,000 ਰੁਪਇਆ ਹੱਥ ਵਿੱਚ ਆ ਰਿਹਾ ਹੈ, ਤਾਂ ਮੇਰਾ ਸਾਲ ਬਾਅਦ ਇਨਕਰੀਮੈਂਟ ਲੱਗ ਜਾਏ 3% ਮੇਰੇ ਲਈ ਸਫੀਸ਼ੀਐਂਟ ਆ। ਮਤਲਬ ਵੀ ਆਰ ਓਵਰ ਸੈਟਿਸਫਾਈਡ ਪੀਪਲ, what I feel is ਕਿ ਇਸ ਕਰਕੇ ਆਲਰੇਡੀ ਮਤਲਬ 3% ਦੇ ਵਿੱਚ ਹੀ ਇਨਕਰੀਮੈਂਟ ਦੇ ਵਿੱਚ ਆਪਾਂ ਸੈਟਿਸਫਾਈਡ ਹੋ ਜਾਂਦੇ ਆ। ਬਟ ਇੱਕ ਉਹ ਮਤਲਬ ਇੱਕ ਜਿਹੜਾ ਉਹ ਹੁੰਦਾ ਆ ਬੰਦਾ ਜਿਹੜਾ ਇੱਕ ਮੈਨੇਜਮੈਂਟ ਵਾਲਾ ਹੁੰਦਾ ਆ, ਉਹ ਸੋਚਦਾ ਮੈਂ 50,000 ਨੂੰ 60,000 70 100 ਕਿੱਦਾਂ ਬਣਾਵਾਂ, ਲੱਖ ਕਿੱਦਾਂ ਬਣਾਵਾਂ। ਸੋ ਦਿਸ ਇਜ਼ ਦ ਥਿੰਗ। ਬਟ ਮੈਨੂੰ ਲੱਗਦਾ ਕਿ ਇਨਸਿਕਿਉਰਿਟੀ ਹੈ ਈਗੋ ਦਾ। ਹਾਂਜੀ ਭਾਈ ਦੇਖੋ ਇਨਸਿਕਿਉਰਿਟੀ ਮੈਨੂੰ ਹੁਣ ਮੈਂ ਨੈਕਸਟ ਜਿਹੜੀ ਮੈਂ ਤੁਹਾਡੇ ਤੋਂ ਇੱਕ ਗੱਲ ਤੁਹਾਡਾ ਪੁਆਇੰਟ ਆਫ ਵਿਊ ਜਿਹਦੇ 'ਚ ਲੈਣਾ ਵੀਰ ਜੀ, ਤੁਸੀਂ ਜਿੱਦਾਂ ਕਿਹਾ ਤੁਸੀਂ ਥਾਪਰ 'ਚੋਂ ਪੜ੍ਹੇ ਹੋ, ਐਂਡ ਥਾਪਰ ਬਹੁਤ ਫੇਮਸ ਯੂਨੀਵਰਸਿਟੀ ਹੈ ਨਾ। ਤੇ ਹੁਣ ਹੁੰਦਾ ਕਿ ਵੀ ਬੱਚੇ ਜਿਹੜੇ ਤਾਂ ਚਲੋ ਬੱਚੇ ਤਾਂ ਚੰਚਲ ਹੀ ਨੇ, ਉਹ ਅਸੀਂ ਵੀ ਉਸ ਏਜ ਤੋਂ ਗੁਜ਼ਰੇ ਜਦੋਂ ਸਾਨੂੰ ਹਰ ਚਕਾਚੌਂਧ ਜਿਹੜੀ ਸੋਹਣੀ ਲੱਗਦੀ ਹੈ। ਬਿਲਕੁਲ।
ਐਜੂਕੇਸ਼ਨ ਜਿੱਦਾਂ ਹੁਣ ਤੁਹਾਡੀ ਐਜੂਕੇਸ਼ਨ ਸਟਰੋਂਗ ਸੀਗੀ ਤੇ ਤੁਸੀਂ ਆਪਣੇ ਆਪ ਨੂੰ ਕਿਹਾ ਕਿ ਨਹੀਂ ਯਾਰ ਇੰਨੀ ਸਟਰੋਂਗ ਐਜੂਕੇਸ਼ਨ ਮੇਰੇ ਘਰਦਿਆਂ ਨੇ ਮੈਨੂੰ ਕਰਾਈ ਹੈ, ਮੈਂ ਮਿਹਨਤ ਹੀ ਕਰਨੀ, ਮੈਂ ਇੱਥੇ ਵੀ ਕਰ ਸਕਦਾ। ਇਹ ਜਿਹੜੀ ਇਨਸਿਕਿਉਰਿਟੀ ਹੈ ਇਹ ਬੱਚੇ ਐਜੂਕੇਸ਼ਨ ਦਾ ਸਪੋਰਟ ਲੈ ਕੇ ਦੂਰ ਕਿਉਂ ਨਹੀਂ ਕਰ? ਤੁਹਾਨੂੰ ਕੀ ਲੱਗਦਾ ਜਿੱਦਾਂ ਹੁਣ ਤੁਹਾਡੇ ਵੀ ਏਜ ਗਰੁੱਪ ਦੇ, ਤੁਹਾਡੇ ਤੋਂ ਬਾਅਦ ਵਾਲੀ ਜਨਰੇਸ਼ਨ ਕਰੰਟ, ਹੁਣ ਤੁਸੀਂ ਟਰੈਵਲ ਕਰਦੇ ਹੋ ਤੇ ਅੱਜ ਕੱਲ੍ਹ ਤਾਂ 15 16 ਸਾਲ ਦੇ ਨਿਆਣੇ ਵੀ ਟਰੈਵਲ ਕਰੀ ਜਾਂਦੇ ਆ, ਉਹਨਾਂ ਕੋਲ ਡਰੋਨ ਵੀ ਹੋਏਗਾ, ਉਹਨਾਂ ਕੋਲ FPV ਹੋਏਗਾ, ਕੈਮਰਾ ਵੀ ਹੋਏਗਾ, ਉਹਨਾਂ ਕੋਲ GoPro, ਸਭ ਕੁਝ ਇਕੱਠਾ ਹੀ ਲੈ ਕੇ ਤੁਰਦੇ ਹੋ। ਤੇ ਤੁਹਾਨੂੰ ਕਿੱਥੇ ਲੱਗਦਾ ਕਿ ਸਾਡੀ ਐਜੂਕੇਸ਼ਨ 'ਚ ਗੈਪ ਹੈ ਜਾਂ ਬੱਚੇ ਐਜੂਕੇਸ਼ਨ ਸਿਰਫ ਫਾਰਮੈਲਿਟੀ ਸੇਕ ਕਰ ਰਹੇ ਨੇ? ਕਿਉਂਕਿ ਇਹ ਜਿਹੜਾ ਹੁਣ ਮੇਰਾ ਇਹ ਵਾਲਾ ਜਿਹੜਾ ਸੀਜ਼ਨ ਹੈ ਰਾਈਟ, ਇਹਦਾ ਫੋਕਸ ਆਹੀ ਹੈ ਕਿ ਫਾਈਨੈਂਸ਼ੀਅਲ ਐਜੂਕੇਸ਼ਨ ਔਰ ਅਕੈਡਮਿਕ ਐਜੂਕੇਸ਼ਨ ਸਾਡੇ ਪੰਜਾਬ ਦੀ ਸੁਧਰ ਕਿਉਂ ਨਹੀਂ ਰਹੀ, ਜਾਂ ਪੰਜਾਬੀਆਂ ਦੇ ਵਿੱਚ ਓਵਰਆਲ ਐਜੂਕੇਸ਼ਨ ਦਾ ਪਰਸਪੈਕਟਿਵ ਕਿਉਂ ਨਹੀਂ ਚੇਂਜ ਹੋ ਰਿਹਾ? ਸੋ ਵਾਟ ਆਰ ਯੋਰ ਥਾਟਸ ਕਿ ਤੁਹਾਨੂੰ ਕਿਉਂ ਲੱਗਦਾ ਇਦਾਂ ਹੈਗਾ? ਭਾਜੀ ਮੈਂ ਨਾ ਇਹਦਾ ਐਗਜ਼ਾਮਪਲ ਤੁਹਾਨੂੰ ਇਸ ਚੀਜ਼ ਨਾਲ ਦਊਂਗਾ ਕਿ ਮੈਂ ਹੁਣ ਜਿੱਦਾਂ ਟਰੈਵਲ ਕਰਦਾ ਹੈ ਨਾ, ਤਾਂ ਮੈਂ ਅੰਗਰੇਜ਼ਾਂ ਨਾਲ ਬਹੁਤ ਜ਼ਿਆਦਾ ਐਨਕਾਊਂਟਰ ਕੀਤਾ ਹੋਇਆ ਹੈ ਕਨਵਰਸੇਸ਼ਨ ਦੇ ਵਿੱਚ। ਆਈ ਹੈਵ ਬੀਨ ਇਨਟੂ ਡੀਪ ਕਨਵਰਸੇਸ਼ਨ ਵਿਦ ਦੀ ਫੋਰਨਰਸ। ਉਹਨਾਂ ਦੀ ਸੋਚ ਪਤਾ ਕੀ ਹੈ? ਉਹਨਾਂ ਦੀ ਸੋਚ ਮਤਲਬ ਮੋਸਟ ਆਫ ਦ ਪੀਪਲ ਦੇ ਆਰ ਸਟੱਡਿੰਗ that part of the education which is related to their interest। ਜੋ ਤੁਸੀਂ ਕਹਿ ਰਹੇ ਹੋ ਨਾ ਵੀ ਜਿਹੜੀ ਐਜੂਕੇਸ਼ਨ ਹੈ, ਐਜੂਕੇਸ਼ਨ ਨੂੰ ਲੈ ਕੇ ਉਹ ਆਪਣੀ ਇਨਸਿਕਿਉਰਿਟੀ ਕਿਉਂ ਨਹੀਂ ਦੂਰ ਕਰ ਪਾ ਰਹੇ? ਜਦੋਂ ਮੇਰਾ ਇੰਟਰਸਟ ਟਰੈਵਲਿੰਗ ਵਿੱਚ ਹੈ, ਮੇਰਾ ਇੰਟਰਸਟ ਫੋਟੋਗ੍ਰਾਫੀ ਦੇ ਵਿੱਚ ਹੈ, ਐਂਡ ਆਈ ਐਮ ਡੂਇੰਗ ਇੰਜੀਨੀਅਰਿੰਗ, ਹਾਊ ਕੈਨ ਆਈ ਗੈਟ ਰਿਡ ਆਫ ਮਾਈ ਇਨਸਿਕਿਉਰਿਟੀਜ਼? You understand my point? ਕਿ ਜੇ ਮੇਰੀ ਐਜੂਕੇਸ਼ਨ ਲਾਈਕ ਮੈਨੂੰ ਐਕਸਪਲੋਰ ਕਰਨ ਦੇ ਵਿੱਚ ਕਿ ਆਈ ਐਮ ਨਾਟ ਅ ਟੈਕਨੀਕਲ ਪਰਸਨ ਐਂਡ ਆਈ ਐਮ ਅ ਆਰਟਿਸਟਿਕ ਪਰਸਨ। ਮੈਂ ਜੇ ਤੁਸੀਂ ਮੈਨੂੰ ਹੁਣ ਇਸ ਟਾਈਮ ਤੇ ਕੁਝ ਐਡੀਟਿੰਗ ਕਰਨ ਨੂੰ ਦੇ ਦੋਗੇ ਤਾਂ ਮੇਬੀ ਆਈ ਕੈਨ ਪ੍ਰੋਡਿਊਸ ਅ ਵੈਰੀ ਗੁੱਡ ਥਿੰਗ ਆਊਟ ਆਫ ਦੈਟ, ਹੈ ਨਾ। ਜੇ ਮੈਨੂੰ ਤੁਸੀਂ ਕੋਈ ਟੈਕਨੀਕਲ ਮੈਨੂੰ ਨਟ ਬੋਲਟ ਜੋੜਨ ਨੂੰ ਦੇ ਦੋਗੇ ਵੀ ਭਾਈ ਉਹ ਗੱਡੀ ਦਾ ਜਿਹੜਾ ਹੈਗਾ ਤੂੰ ਟਾਇਰ ਚੇਂਜ ਕਰ ਦੇ, ਮੈਂ ਅੱਜ ਤੱਕ ਨਹੀਂ ਕਰ ਸਕਦਾ। ਲਾਈਕ ਬੀਇੰਗ ਵੈਰੀ ਓਨੈਸਟ ਵਿਦ ਦੈਟ, ਮੈਂ ਗੱਡੀ ਦਾ ਟਾਇਰ ਨਹੀਂ ਚੇਂਜ ਕਰ ਸਕਦਾ ਭਾਜੀ। ਮਕੈਨੀਕਲ ਇੰਜੀਨੀਅਰ ਹੋਣ ਦੇ ਤਾਂ ਹਾਊ ਕੈਨ ਆਈ ਗੈਟ ਰਿਡ ਆਫ ਮਾਈ ਇਨਸਿਕਿਉਰਿਟੀਜ਼? ਤਾਂ ਬੇਸਿਕਲੀ ਦ ਪੁਆਇੰਟ ਇਜ਼ ਕਿ we are infusing money, we are infusing our time, we are infusing our all that we have into something which is not fruitful। ਠੀਕ ਹੈ, ਤਾਂ ਉਹ ਕਿਉਂ ਕਰ ਰਹੇ ਹੈ? ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਜਿਹੜਾ ਹੈਗਾ ਉਹ ਅਗੇਨ ਉਹੀ ਆ ਜਾਂਦਾ, ਸਮਾਜ ਦੇ ਵਿੱਚ ਸਾਡੇ ਭੇਡ ਚਾਲ ਹੈ। that is what I feel। ਤੁਸੀਂ ਮੰਨੋਗੇ ਨਹੀਂ, ਮੈਂ ਜਿੱਦਾਂ ਉਹਦਾ ਅੰਗਰੇਜ਼ਾਂ ਨਾਲ ਗੱਲ ਕਰਦਾ, ਲਾਈਕ ਪੀਪਲ ਆਰ ਸਟੱਡਿੰਗ ਲਾਈਕ ਬ੍ਰਿਲੀਅੰਟ ਸਟੂਡੈਂਟਸ, they are studying anthropology, they are studying like ਜਿਹੜੇ ਹੌਸਪਿਟੈਲਿਟੀ ਵਿੱਚ ਅਸੀਂ ਬਾਅਦ ਵਿੱਚ ਕਰਦੇ ਹਾਂ ਕਿ ਕਿਉਂਕਿ ਬਾਹਰ ਜਾਣਾ ਜੀ ਅਸੀਂ ਤਾਂ ਕਰਕੇ ਹੌਸਪਿਟੈਲਿਟੀ ਦਾ ਕੋਰਸ ਕਰ ਲਓ ਇੱਥੋਂ ਤਾਂ ਬਾਹਰ ਜਾਣਾ, ਡਿਗਰੀ ਕਰਨ ਤੋਂ ਬਾਅਦ ਤੁਸੀਂ ਫਿਰ ਹੌਸਪਿਟੈਲਿਟੀ ਦਾ ਕੋਰਸ ਕਰਕੇ ਫਿਰ ਬਾਹਰ ਜਾਂਦੇ ਹੋ। ਬਟ ਪੀਪਲ ਜਿਨ੍ਹਾਂ ਨੂੰ ਆਲਰੇਡੀ ਟਰੈਵਲਿੰਗ ਦਾ ਸ਼ੌਂਕ ਹੁੰਦਾ ਆ 10ਵੀਂ 11ਵੀਂ ਦੇ ਵਿੱਚ, ਉਹ ਦੇ ਕਮ ਟੂ ਫਿਗਰ ਆਊਟ ਦਿਸ ਥਿੰਗ। ਔਰ ਉਹਨਾਂ ਨੂੰ ਪਹਿਲੀ ਗੱਲ ਤਾਂ ਮੈਂ ਬੱਚਿਆਂ ਦਾ ਵੀ ਇਹ ਕਹੂੰਗਾ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਨਾ, ਉਹੀ ਸਾਡੇ ਬੱਚੇ ਨੂੰ ਸਮਝਣ ਨਹੀਂ ਦਿੰਦਾ ਵੀ ਸਾਡੇ ਬੱਚੇ ਨੂੰ ਟਾਈਮ ਹੀ ਨਹੀਂ ਦਿੰਦਾ ਕਿ ਭਾਈ ਤੂੰ ਇਹ ਚੀਜ਼ ਸਮਝ, ਪਹਿਲਾਂ ਐਕਸਪਲੋਰ ਕਰ ਵਾਟ ਇਜ਼ ਯੋਰ ਇੰਟਰਸਟ। ਔਰ ਕੁਝ ਸਾਡਾ ਸਮਾਜ, ਕੁਝ ਸਾਡੇ ਜੋ ਮੈਂ ਕਹਾਂਗਾ ਵੀ ਸਾਡੇ ਜੋ ਬਜ਼ੁਰਗ ਨੇ, ਮੈਂ ਵਿਦ ਵੈਰੀ ਡਿਊ ਰਿਸਪੈਕਟ ਆਈ ਐਮ ਨਾਟ ਸੇਇੰਗ ਦੈਟ ਕਿ ਉਹ ਗਲਤ ਚਾਹੁੰਦੇ ਆਪਣੇ ਬੱਚੇ ਦਾ, ਬਟ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਬੱਚੇ ਨੂੰ ਫ੍ਰੀ ਟਾਈਮ ਨਹੀਂ ਦਿੰਦੇ, ਵੀ ਬੱਚੇ ਨੂੰ ਉਹਦੇ ਉੱਤੇ ਨਹੀਂ ਛੱਡਦੇ ਵੀ ਐਕਸਪਲੋਰ ਯੂਰ ਪੋਟੈਂਸ਼ੀਅਲਸ ਫਸਟ ਆਫ ਆਲ। ਜਿੱਦਾਂ ਮੈਂ ਛੋਟਾ ਹੁੰਦਾ ਸੀਗਾ, ਜਿੱਦਾਂ ਮੈਂ ਆਪਣਾ ਐਗਜ਼ਾਮਪਲ ਦੇਵਾਂ ਵੀ ਆਪਾਂ ਜਦੋਂ ਛੋਟੇ ਹੁੰਦੇ ਸੀਗੇ ਤਾਂ ਸਾਨੂੰ ਖੇਡਣ ਦਾ ਬੜਾ ਸ਼ੌਂਕ ਹੁੰਦਾ ਸੀਗਾ ਵੀ ਕ੍ਰਿਕਟ ਖੇਡੀਏ ਜਾਂ ਕੁਝ ਖੇਡੀਏ, ਬਟ ਉਸ ਟਾਈਮ ਤੇ ਨਾ ਕੋਸਕੋ ਦੀ ਬੋਲ ਹੁੰਦੀ ਸੀ ਜਿਹਦੇ ਨਾਲ ਆਪਾਂ ਖੇਡਦੇ ਹੁੰਦੇ ਸੀਗੇ। ਤੇ ਇੱਕ ਅੱਧੀ ਵਾਰੀ ਜਦੋਂ ਆਪਾਂ ਲੱਗਦੇ ਹੁੰਦੇ ਸੀ ਮੈਚ ਲੱਗ ਗਿਆ ਹਨਾ, ਤੇ ਉਸ ਇੱਕ ਤਰੀਕੇ ਦਾ ਉਹ ਹੁੰਦਾ ਸੀਗਾ ਜਿਹਨੂੰ ਆਪਾਂ ਅੱਜ ਦੀ ਡੇਟ ਸੱਟਾ ਕਹਿ ਦਿੰਦੇ ਹਾਂ ਵੀ ਭਾਈ ਤੂੰ ਵੀ 5 ਰੁਪਏ ਸਾਰਿਆਂ ਨੇ ਪਾਏ ਤੇ ਜਦੋਂ ਜਿੱਤ ਗਿਆ, ਜੇ ਟੀਮ ਜਿੱਤ ਗਈ ਉਹਦੇ ਸਾਰੇ ਪੈਸੇ ਹੋ ਗਏ ਉਹ। ਸੋ ਉਹਦੇ ਵਿੱਚ ਲੈਦਰ ਦੀ ਬੋਲ ਨਾਲ ਖੇਡਦੇ ਹੁੰਦੇ ਸੀ। ਐਂਡ ਮਾਈ ਮੋਮ ਡਿਡ ਨਾਟ ਲੈਟ ਅਸ ਗੋ, ਵੀ ਵਰ ਵੈਰੀ ਗੁੱਡ ਐਟ ਕ੍ਰਿਕਟ, ਮੈਂ ਤੇ ਮੇਰਾ ਭਰਾ, ਬਟ ਮਾਈ ਮੋਮ ਡਿਡ ਨਾਟ ਲੈਟ ਅਸ ਗੋ। ਤੇ ਉਸ ਤੋਂ ਕਰਦੇ ਕਿ ਨਹੀਂ ਭਾਈ ਤੁਸੀਂ ਇੱਕ ਬੱਚੇ ਦੀ ਇਵੋਲਵਮੈਂਟ ਹੁੰਦੀ ਆ, ਉਸ ਤੋਂ ਬਾਅਦ ਜੇ ਤੁਸੀਂ ਉਹਨੂੰ ਪ੍ਰੋਤਸਾਹਿਤ ਕਰਦੇ ਕਿ ਜੇ ਤੂੰ ਕਰਨਾ ਤਾਂ ਮੇਬੀ ਆਈ ਵੁੱਡ ਹੈਵ ਬੀਨ ਸਮ ਅਦਰ ਪਰਸਨ ਦਿਸ ਪੁਆਇੰਟ ਆਫ ਟਾਈਮ। ਮੈਂ ਹੁਣ ਇਸ ਟਾਈਮ ਤੇ ਹੋ ਸਕਦਾ ਤੁਹਾਡੇ ਨਾਲ ਟਰੈਵਲਿੰਗ ਨਾਲ ਡਿਸਕਸ ਕਰ ਰਿਹਾ ਹੁੰਦਾ, ਤੁਹਾਡੇ ਨਾਲ ਕੁਝ ਕ੍ਰਿਕਟ ਦੀ ਗੱਲ ਕਰ ਰਿਹਾ ਹੁੰਦਾ, ਠੀਕ ਹੈ। ਤੇ ਮੇਬੀ ਕਹਿਣ ਦਾ ਭਾਵ ਇਹ ਹੈ ਵੀ ਸਾਡੇ ਬੱਚਿਆਂ ਨੂੰ ਜਿਹੜਾ ਪ੍ਰੋਤਸਾਹਨ ਮਿਲਦਾ ਆ ਨਾ, ਉਹ ਮੋਲਡਡ ਪ੍ਰੋਤਸਾਹਨ ਮਿਲਦਾ ਆ।
ਮੋਲਡਡ ਮੋਟੀਵੇਸ਼ਨ ਮਿਲਦੀ ਹੈ। ਸਾਡੇ ਪੇਰੈਂਟਸ ਜੋ ਚਾਹੁੰਦੇ ਨੇ, ਜਿਸ ਚੀਜ਼ ਲਈ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੁੰਦੇ ਨੇ, ਉਹੀ ਮੋਟੀਵੇਟ, ਉਸ ਤਰੀਕੇ ਦੀ ਹੀ ਮੋਟੀਵੇਸ਼ਨ ਦਿੰਦੇ ਆ ਉਹ। ਤੇ ਬੱਚਾ ਵੀ ਫਿਰ ਕਨਫਿਊਜ਼ ਹੋ ਜਾਂਦਾ ਆ ਕਿ ਭਾਈ ਬੱਚਾ ਫਿਰ ਆਖਿਰਕਾਰ ਕਹਿੰਦਾ 10ਵੀਂ ਕਲਾਸ ਦਾ ਬੱਚੇ ਕਿਸੇ ਨੂੰ ਫੜ ਕੇ ਦੇਖੋ, ਤੁਸੀਂ ਕਹੋਗੇ ਵੀ ਭਾਈ ਤੇਰਾ ਇੰਟਰਸਟ ਕੀ ਆ, ਉਹਨੂੰ ਪਤਾ ਹੀ ਨਹੀਂ ਹੋਊਗਾ ਕਿ ਮੇਰਾ ਇੰਟਰਸਟ ਕੀ ਹੈ। 100 ਚੋਂ ਸਿਰਫ 5% ਬੱਚੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਕਲੈਰਿਟੀ ਹੋਊਗੀ ਕਿ ਆਈ ਵਾਂਟ ਟੂ ਡਾਂਸ, ਮਤਲਬ ਸਿੰਗਿੰਗ ਇਜ਼ ਮਾਈ ਪੈਸ਼ਨ। ਸਾਡੀ ਜਿਹੜੀ ਜਨਰੇਸ਼ਨ ਹੈ, ਸਾਡੀ ਜਨਰੇਸ਼ਨ ਦੇ ਵਿੱਚ ਭਾਜੀ 25-26 ਸਾਲ 30 ਸਾਲ ਦੀ ਉਮਰ ਤੱਕ ਆ ਕੇ ਮੈਨੂੰ, ਮਤਲਬ 25 ਸਾਲ ਦੀ ਉਮਰ ਤੱਕ ਆ ਕੇ ਮੈਨੂੰ ਪਤਾ ਲੱਗਿਆ ਕਿ ਵਾਟ ਮਾਈ ਪੈਸ਼ਨ ਇਜ਼। ਜਦ ਕਿ ਇਹ ਪੈਸ਼ਨ ਇੱਕ 17 ਸਾਲ ਦੇ ਬੱਚੇ ਨੂੰ, 10ਵੀਂ ਦੇ ਬੱਚੇ ਨੂੰ, 16 ਸਾਲ ਦੇ ਬੱਚੇ ਨੂੰ ਪਤਾ ਹੋਣਾ ਚਾਹੀਦਾ, ਕਿ ਲੱਗ ਜਾਣਾ ਚਾਹੀਦਾ ਉਸ ਟਾਈਮ ਤੇ ਆਪਣੇ ਆਪ ਨੂੰ ਐਕਸਪਲੋਰ ਕਰ ਲੇ। ਸੋ ਮੈਨੂੰ ਲੱਗਦਾ ਪਰਸਨਲੀ ਕਿ ਆਪਣਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਨਾ, ਉਹ ਆਰਟਸ ਨੂੰ, ਕਰਿਕੂਲਰ ਐਕਟੀਵਿਟੀਜ਼ ਨੂੰ ਜ਼ਿਆਦਾ ਉਹ ਨਹੀਂ ਦਿੰਦੇ ਹੈਗੇ, ਤਵੱਜੋ ਨਹੀਂ ਦਿੰਦੇ ਹੈਗੇ, ਕਿ ਵੋਕੇਸ਼ਨਲ ਕੋਰਸਿਸ ਨੂੰ ਜ਼ਿਆਦਾ ਆਪਾਂ ਤਵੱਜੋ ਨਹੀਂ ਦਿੰਦੇ ਹੈਗੇ। ਐਂਡ ਪੀਪਲ ਇਨ ਅਦਰ ਕੰਟਰੀਜ਼ ਦੇ ਆਰ ਡੂਇੰਗ ਮਾਸਟਰਸ ਐਂਡ PhDs ਇਨ ਵੋਕੇਸ਼ਨ। ਸਹੀ ਗੱਲ ਹੈ। ਹੁਣ ਜਿੱਦਾਂ ਤੁਸੀਂ ਫੋਟੋਗ੍ਰਾਫੀ, ਹੁਣ ਤੁਸੀਂ ਵੀ ਯੂ ਆਲਸੋ ਬਿਹਾਈਂਡ ਦ ਕੈਮਰਾ, ਇੰਡੀਆ ਦੇ ਵਿੱਚ ਅੱਜ ਵੀ ਪ੍ਰੋਫੈਸ਼ਨਲ ਫੋਟੋਗ੍ਰਾਫੀ ਔਰ ਵੀਡੀਓਗ੍ਰਾਫੀ ਦੇ ਕੋਰਸਿਸ ਯੂਨੀਵਰਸਿਟੀਜ਼ ਦੇ ਵਿੱਚ ਤਾਂ ਬਿਲਕੁਲ ਬੇਸਿਕ ਨੇ। ਤੁਸੀਂ ਕੁਝ ਐਡਵਾਂਸ ਕਰਨਾ ਤੁਹਾਨੂੰ ਬਾਹਰੋਂ ਹੀ ਕਰਨਾ ਪੈਣਾ ਜਾਂ ਆਨਲਾਈਨ ਕਰਨਾ ਪੈਣਾ? ਐਬਸੋਲੂਟਲੀ, ਬਿਕੋਜ਼ ਉਹਨੂੰ ਤੁਸੀਂ ਕਰਦੇ ਹੋ। ਬਟ ਮੈਂ ਜਿੰਨੇ ਵੀ ਫੋਟੋਗ੍ਰਾਫੀ ਵਾਲੇ ਵੀ ਦੇਖੇ ਆ ਭਾਜੀ, ਉਹਦੇ ਚੋਂ ਵੀ 2% ਲੋਕ ਜਿਹੜੇ ਹੁੰਦੇ ਨੇ ਨਾ, ਸਿਰਫ ਉਹ 10ਵੀਂ ਤੋਂ ਬਾਅਦ ਜਾਂ 12ਵੀਂ ਤੋਂ ਬਾਅਦ ਆਉਂਦੇ ਆ। ਲਾਈਕ ਇਫ ਆਈ ਵਾਂਟ ਟੂ ਡੂ ਡਿਪਲੋਮਾ ਇਨ ਫੋਟੋਗ੍ਰਾਫੀ, ਤਾਂ ਮਤਲਬ ਸਿਸਟਮ ਜਿਹੜਾ ਪ੍ਰੋਸੈਸ ਆ ਉਹ ਇੱਦਾਂ ਹੋਣਾ ਚਾਹੀਦਾ ਵੀ 10ਵੀਂ ਤੁਸੀਂ ਕੀਤੀ, 10ਵੀਂ ਤੋਂ ਬਾਅਦ ਤੁਸੀਂ ਯੂ ਗੋ ਫॉर ਅ ਫੋਟੋਗ੍ਰਾਫੀ ਡਿਪਲੋਮਾ ਔਰ ਵੀਡੀਓਗ੍ਰਾਫੀ ਡਿਪਲੋਮਾ। ਲੇਕਿਨ ਮੋਸਟ ਆਫ ਦ ਪੀਪਲ ਦੇ ਗੋ ਆਫਟਰ ਡਿਗਰੀਜ਼, ਦੇ ਗੋ ਆਫਟਰ BA। ਠੀਕ ਹੈ, ਤੇ ਤੁਸੀਂ ਮਤਲਬ ਵਾਈ ਆਰ ਯੂ ਗੋਇੰਗ ਫॉर ਅ ਫੋਟੋਗ੍ਰਾਫੀ ਡਿਪਲੋਮਾ, ਵਾਈ ਆਰ ਯੂ ਗੋਇੰਗ ਫॉर, ਕਿਉਂਕਿ ਤੁਹਾਨੂੰ ਡਿਗਰੀ ਤੋਂ ਬਾਅਦ ਹੀ ਸਮਝ ਲੱਗੀ ਹੈ ਵੀ ਤੁਹਾਡਾ ਪੈਸ਼ਨ ਕੀ ਹੈ। ਰਾਈਟ, ਸੋ ਦਿਸ ਇਜ਼ ਦੀ ਪੁਆਇੰਟ। ਮਤਲਬ ਮੈਂ ਵੀ ਹੁਣ ਜੇ ਕਈ ਵਾਰੀ ਸੋਚਦਾ ਕਿ ਯਾਰ ਮੈਂ ਫੋਟੋਗ੍ਰਾਫੀ ਵਿੱਚ ਕਰ ਲਾਂ, ਜਾਂ ਮੈਂ ਟਰੈਵਲ ਐਂਡ ਟੂਰਿਜ਼ਮ ਦੇ ਵਿੱਚ ਮੈਂ ਕੁਝ ਕਰਨਾ ਚਾਹੁੰਦਾ ਬੈਚਲਰ, ਬਟ ਦੈਨ ਆਈ ਕਮ ਅਪ ਟੂ ਦਿਸ ਥਿੰਗ ਕਿ ਯਾਰ ਤੂੰ ਡਿਗਰੀ ਕਰ ਲਈ, ਤੂੰ ਜੌਬ ਕਰ ਲਿਆ, ਸਭ ਕੁਝ ਕਰ ਲਿਆ, ਹੁਣ ਤੂੰ ਡਿਪਲੋਮਾ ਕਰਨਾ ਚਾਹ ਰਿਹਾ। ਹੁਣ ਮਤਲਬ ਦਿਸ ਇਜ਼ ਯੂਅਰ, ਲਾਈਕ ਇਟਸ ਨਾਟ ਲਾਈਕ ਕਿ ਏਜ ਮੈਟਰਸ, ਬਟ ਇੱਕ ਦਿਮਾਗ 'ਚ ਆਉਂਦਾ ਹੈ ਨਾ ਕਿ ਯੂ ਹੈਵ ਵੇਸਟਡ ਸਮਥਿੰਗ, ਯੂ ਹੈਵ ਵੇਸਟਡ ਯੂਅਰ ਸਮ ਈਅਰਸ, ਉਹ ਚੀਜ਼ ਹੈ। ਤੇ ਮੈਨੂੰ ਇਹ ਪਰਸਨਲੀ ਜਦੋਂ ਤੁਸੀਂ ਗੱਲ ਪੁੱਛ ਰਹੇ ਸੀਗੇ ਕਿ ਮਤਲਬ ਇੱਕ ਆਪਾਂ ਬੈਰੀਅਰ ਕਿਉਂ ਨਹੀਂ ਐਜੂਕੇਸ਼ਨ ਦੇ ਨਾਲ, ਆਪਣੀ ਇਨਸਿਕਿਉਰਿਟੀਜ਼ ਕਿਉਂ ਨਹੀਂ ਦੂਰ ਕਰ ਪਾ ਰਹੇ, ਉਹਦਾ ਆਨਸਰ ਇਹੀ ਹੈ ਜਿਸ ਤੱਕ ਮੈਨੂੰ ਲੱਗਦਾ ਕਿ ਆਪਣੇ ਮਤਲਬ ਜੋ ਆਪਾਂ ਐਜੂਕੇਸ਼ਨ ਕਰ ਰਹੇ ਹਾਂ, ਤੇ ਜੋ ਸਾਡੀ ਇਨਸਿਕਿਉਰਿਟੀ ਹੈ, ਆਪਾਂ ਇਨਸਿਕਿਉਰਿਟੀ ਸਾਡੀ ਤਾਂ ਦੂਰ ਹੋਊਗੀ ਜੇ ਆਪਾਂ ਉਸ ਚੀਜ਼ ਦੀ ਐਜੂਕੇਸ਼ਨ ਲਈਏ ਜਿਸ ਚੀਜ਼ ਤੋਂ ਸਾਨੂੰ ਫੇਅਰ ਆ। ਠੀਕ ਆ, ਜਿਸ ਚੀਜ਼ ਦੀ ਸਾਨੂੰ ਕਲੈਰਿਟੀ ਹੋਵੇਗੀ ਸਾਡਾ ਪੈਸ਼ਨ ਕੀ ਹੈ। ਪਰ ਸਾਡਾ ਪੈਸ਼ਨ ਕਲੀਅਰ ਨਹੀਂ ਹੋ ਪਾਉਂਦਾ, ਤੇ ਇਸ ਕਰਕੇ ਅਸੀਂ ਵੀ ਜਸਟ ਆਪਟ ਫॉर ਐਨੀਥਿੰਗ ਵੀ ਵਾਂਟ।